ਸੋ ਸੁਮੇਧ ਸੈਣੀ ਦੇ ਖਿਲਾਫ ਆ ਚੀਜ਼ਾਂ ਤਾਂ ਕਦੇ ਜੱਜ ਸਾਹਿਬ ਦੇ ਸਾਹਮਣੇ ਹਾਈ ਕੋਰਟ 'ਚ ਰੱਖੀਆਂ ਹੀ ਨਹੀਂ ਸਰਕਾਰ ਨੇ। ਅਗੇਨ ਮੈਂ ਤੁਹਾਡੇ ਦਰਸ਼ਕਾਂ ਨੂੰ ਕਹਾਂਗਾ, ਇੱਕ ਸੁਮੇਧ ਸੈਣੀ ਦੇ ਖਿਲਾਫ ਬੜਾ ਇਨਫੇਮਸ ਕੇਸ ਹੋਇਆ ਹੈ। ਚੀਫ ਮਿਨਿਸਟਰ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਸੀ, ਉਹ ਫੜਨਾ ਹੀ ਨਹੀਂ ਚਾਹੁੰਦੇ ਸੀ ਉਹਨੂੰ। ਬੁਲੇਟ ਪ੍ਰੂਫ ਅੰਬ੍ਰੇਲਾ ਵਾਂਗੂ ਬਲੈਂਕਟ ਪ੍ਰੋਟੈਕਸ਼ਨ ਬਣੀ ਹੋਈ ਸੀ। ਇੱਥੇ ਐਡਵੋਕੇਟ ਜਨਰਲ ਸਾਹਿਬ ਆਪ ਪੇਸ਼ ਤਾਂ ਹੋਏ, ਦੈਟ ਇਜ਼ ਸਮਥਿੰਗ ਕਮੈਂਡੇਬਲ। ਦੂਜੀ ਗੱਲ ਕਿ ਆਨਰੇਬਲ ਸੁਪਰੀਮ ਕੋਰਟ ਨੇ ਇਸ ਚੀਜ਼ ਦਾ ਬੜਾ ਸੀਰੀਅਸ ਨੋਟ ਲਿਆ। ਹੁਣ ਪੰਜਾਬ ਨੇ ਕੀ ਬਹਿਸ ਕੀਤੀ ਹੈ ਉਹ ਤਾਂ ਪਤਾ ਨਹੀਂ ਸਾਨੂੰ। ਤੁਸੀਂ ਦੇਖੋਗੇ 2018 ਤੋਂ ਇਹ ਕੇਸ ਚੱਲ ਰਿਹਾ, ਸੋ ਇਹ 3.5 ਸਾਲ ਦੀ ਡਿਲੇ। ਉਸ ਤੋਂ ਬਾਅਦ ਐਡਵੋਕੇਟ ਜਨਰਲ ਇਸ ਕੇਸ ਪੇਸ਼ ਨਹੀਂ ਹੋਏ। ਉਹਦੇ ਤੋਂ ਪਤਾ ਲੱਗ ਜੂਗਾ ਆਰਡਰਸ ਦੇ ਵਿੱਚ ਕਿ ਸਰਕਾਰ ਕਦੋਂ ਪੇਸ਼ ਹੋਈ, ਸਰਕਾਰ ਨੇ ਕਿਸ ਤਰ੍ਹਾਂ ਡਿਲੇ ਕੀਤੀ, ਕੀ ਕੇਸ ਦੀ ਆਊਟਕਮ ਹੋਈ। ਇੱਥੇ ਵੀ ਸਰਕਾਰ ਨੇ ਕੀ ਡਿਲੇ ਕੀਤੀ ਹੈ, ਮੈਂ ਉਸ ਚੀਜ਼ ਦਾ ਜਵਾਬ ਨਹੀਂ ਦੇ ਸਕਦਾ ਕਿ ਉਹਨਾਂ ਨੇ ਕਿਉਂ ਕੀਤੀ ਹੈ, ਪਰ ਹਾਂ ਡੈਫੀਨਿਟਲੀ ਉਹ ਡਿਲੇਜ਼ ਕਰਕੇ ਸੁਮੇਧ ਸੈਣੀ ਬਚਦਾ ਕਿ ਅੱਗੇ ਵੀ ਜੇ ਕੋਈ ਆਫੈਂਸ ਆਉਂਦਾ ਹੈ ਜਾਂ ਕੋਈ ਕ੍ਰਾਈਮ ਕਮਿਟ ਕੀਤਾ ਹੋਇਆ ਆਉਂਦਾ, ਉਹਦੇ 'ਚ ਵੀ ਬਲੈਂਕਟ ਪ੍ਰੋਟੈਕਸ਼ਨ ਦੇਣਾ ਗਲਤ ਹੈ। ਉਸ ਕਰਕੇ ਜੇ ਮੈਂ ਚੱਲਾਂ, ਸੋ ਜਿਹੜਾ ਮਰਜ਼ੀ ਐਡਵੋਕੇਟ ਜਨਰਲ ਹੋਵੇ, ਜਿਹੜਾ ਮਰਜ਼ੀ ਸੀਐਮ ਹੋਵੇ, ਮੈਨੂੰ ਫਰਕ ਨਹੀਂ ਪੈਂਦਾ। ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਐਕਸ-ਡੀਜੀਪੀ ਸੈਣੀ, ਅੱਜ ਉਹਨਾਂ ਨੂੰ ਬਹੁਤ ਵੱਡਾ ਇੱਕ ਝਟਕਾ ਲੱਗਿਆ ਔਰ ਝਟਕਾ ਵੀ ਸੁਪਰੀਮ ਕੋਰਟ ਦੇ ਜੱਜਸ ਨੇ ਦਿੱਤਾ ਹੈ। ਚੀਫ ਜਸਟਿਸ ਆਫ ਇੰਡੀਆ ਨੇ ਅੱਜ ਇੱਕ ਆਰਡਰ ਪਾਸ ਕੀਤਾ ਹੈ, ਵਰਬਲ ਆਰਡਰ ਹੋਇਆ ਹੈ। ਮੈਂ ਤੁਹਾਨੂੰ ਪਹਿਲਾਂ ਪੜ੍ਹ ਕੇ ਸੁਣਾਉਣਾ ਉਹ। This is unprecedented order. How can future course of action be stayed? It is shocking and three of us feel that it is unprecedented. This will require hearing. ਉਸ ਤੋਂ ਬਾਅਦ ਹੋਰ ਅੱਗੇ ਗੱਲ ਕਹਿੰਦੇ ਨੇ ਚੀਫ ਜਸਟਿਸ ਆਫ ਇੰਡੀਆ, we will request the High Court to dispose the petition by another judge, not the same judge within 2 weeks. We request Chief Justice to take it up himself or by another judge, and we will keep this matter pending. ਸੁਮੇਧ ਸਿੰਘ ਸੈਣੀ ਨੂੰ ਲਗਾਤਾਰ ਬਲੈਂਕਟ ਬੇਲਸ ਮਿਲ ਰਹੀਆਂ ਸੀ ਪੰਜਾਬ ਹਰਿਆਣਾ ਹਾਈ ਕੋਰਟ ਤੋਂ। ਕਿਸੇ ਨਾ ਕਿਸੇ ਬਹਾਨੇ ਉਹ ਲੈ ਜਾਂਦੇ ਸੀ। ਕਦੀ ਪੰਜਾਬ ਹਰਿਆਣਾ ਹਾਈ ਕੋਰਟ 'ਚ ਪੰਜਾਬ ਦੇ ਐਡਵੋਕੇਟ ਜਨਰਲ ਪੇਸ਼ ਨਹੀਂ ਹੁੰਦੇ ਸੀ, ਜਾਂ ਉਹ ਬੜਾ ਕਮਜ਼ੋਰ ਕੇਸ ਲੜਦੇ ਸੀ। ਹਰ ਵਾਰੀ ਸੈਣੀ ਦਾ ਫਾਇਦਾ ਹੋ ਰਿਹਾ ਸੀਗਾ ਕਿਸੇ ਨਾ ਕਿਸੇ ਤਰੀਕੇ। ਔਰ ਇੱਥੇ ਇਹ ਗੱਲ ਦੱਸਣੀ ਬੜੀ ਜ਼ਰੂਰੀ ਹੈ ਕਿ ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਕਸਮ ਖਾਧੀ ਸੀ ਕਿ ਮੈਂ ਬੇਅਦਬੀ ਦੇ ਦੋਸ਼ੀਆਂ ਨੂੰ ਔਰ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਵਾਂਗਾ, 4.5 ਸਾਲ ਤਾਂ ਉਹਨਾਂ ਨੇ ਅੱਖਾਂ ਮੀਚ ਕੇ ਰੱਖੀਆਂ, ਤੇ ਨਾਲੇ ਉਹਨਾਂ ਦੇ ਐਡਵੋਕੇਟ ਜਨਰਲ ਨੇ। ਫਿਰ ਉਸ ਤੋਂ ਬਾਅਦ ਆ ਗਏ ਚਰਨਜੀਤ ਸਿੰਘ ਚੰਨੀ ਤਾਂ ਇੱਕ ਕਦਮ ਅੱਗੇ ਹੀ ਵੱਧ ਗਏ। ਉਹਨਾਂ ਨੇ ਸੁਮੇਧ ਸਿੰਘ ਸੈਣੀ ਦੇ ਜਿਹੜੇ ਐਡਵੋਕੇਟ ਸੀ ਦਿਓਲ ਸਾਹਿਬ, ਉਹਨਾਂ ਨੂੰ ਐਡਵੋਕੇਟ ਜਨਰਲ ਹੀ ਲਾਤਾ, ਔਰ ਉਸ ਦੇ ਵਿੱਚ ਵਿਰੋਧਤਾ ਬਹੁਤ ਹੋਈ ਸਾਰੇ ਪੰਜਾਬ ਦੇ ਵਿੱਚ, ਔਰ ਉਸ ਤੋਂ ਬਾਅਦ ਉਹਨਾਂ ਨੂੰ ਰਿਮੂਵ ਕਰਨਾ ਪਿਆ। ਤੇ ਹੁਣ ਇੱਕ ਜਿਹੜਾ ਇਹ ਕੇਸ ਲੱਗਿਆ ਹੈ, ਮੈਂ ਤੁਹਾਨੂੰ ਦਰਸ਼ਕਾਂ ਨੂੰ ਪਹਿਲਾਂ ਦੱਸ ਦਿਆਂ ਵੀ ਇਹ ਜਿਹੜਾ ਕੇਸ ਸੀਗਾ ਇਹ ਫਾਈਲ ਹੋਇਆ ਸੀ 24/12/2021 ਨੂੰ, ਜਦਕਿ ਇਹ ਸੁਪਰੀਮ ਕੋਰਟ ਦੇ ਵਿੱਚ ਕ੍ਰਿਸਮਸ ਦੀ ਛੁੱਟੀਆਂ ਤੋਂ ਬਾਅਦ ਇਹ ਕੇਸ ਲੱਗ ਜਾਣਾ ਚਾਹੀਦਾ ਸੀ, ਲੇਕਿਨ ਇਹ ਲੱਗਿਆ ਨਹੀਂ। ਇਸੇ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰਦੀਪ ਵਿਰਕ ਉਹਨਾਂ ਨਾਲ, ਔਰ ਵਿਰਕ ਸਾਹਿਬ ਨਾਲ ਗੱਲ ਕਰਾਂਗੇ ਕਿ ਵਿਰਕ ਸਾਹਿਬ ਇਹ ਕਿਉਂ ਇੰਨਾ ਡਿਲੇ ਹੋਈ ਹੈ ਔਰ ਇਹ ਕੀ ਸਮਝਦੇ ਨੇ ਕਿਸ ਕਰਕੇ ਡਿਲੇ ਹੋਈ ਹੈ। ਵਿਰਕ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਵਿਰਕ ਸਾਹਿਬ, ਇਹ ਜਿਹੜੀ ਡਿਲੇ ਹੈ 24/12/2021 ਨੂੰ ਫਾਈਲ ਕੀਤੀ ਗਈ ਜੀ ਸੁਪਰੀਮ ਕੋਰਟ ਦੇ ਵਿੱਚ ਜੀ, ਔਰ ਇਹ ਕ੍ਰਿਮੀਨਲ ਕੇਸ ਹੈ ਔਰ ਚੀਫ ਜਸਟਿਸ ਆਫ ਇੰਡੀਆ ਦੇ ਬੈਂਚ ਤੇ ਲੱਗਿਆ ਹੈ। ਕਿਆ ਇੰਨੇ ਮਹੀਨੇ ਲੱਗ ਜਾਂਦੇ ਨੇ ਉੱਥੇ ਬੈਂਚ ਤੇ ਆਉਣ ਨੂੰ ਕੇਸ ਨੂੰ? ਨਹੀਂ, ਟਾਈਮ ਇੰਨਾ ਜ਼ਿਆਦਾ ਨਹੀਂ ਲੱਗਦਾ ਜੀ। ਹੁੰਦਾ ਕੀ ਹੈ, ਜਦੋਂ ਵੀ ਕੋਈ ਕੇਸ ਤੁਸੀਂ ਫਾਈਲ ਕਰ ਦਿੰਦੇ ਹੋ, ਉਹ ਲੱਗ ਤਾਂ ਥੋੜੀ ਦੇਰ ਦੇ ਵਿੱਚ ਜਾਂਦਾ ਹੈ, ਪਰ ਉਹਦੇ 'ਚ ਡਿਪੈਂਡ ਕਰਦਾ ਤੁਸੀਂ ਆਬਜੈਕਸ਼ਨਸ ਰਿਮੂਵ ਕਦੋਂ ਕਰਤੇ, ਰੀਫਾਈਲ ਕਦੋਂ ਕਰਤਾ। ਸੋ ਉਹ ਚੀਜ਼ਾਂ ਤੇ ਡਿਪੈਂਡ ਕਰਕੇ ਫੇਰ ਲਿਸਟ ਹੁੰਦਾ ਹੈ। ਹੁਣ ਇਸ ਕੇਸ ਦੇ ਵਿੱਚ ਜਿਹੜੀ ਮੈਂ ਕੁਝ ਚੀਜ਼ਾਂ ਪੁਆਇੰਟ ਆਊਟ ਕਰਨੀਆਂ ਚਾਹਾਂਗਾ, ਤੁਸੀਂ ਦੇਖੋਗੇ ਕਿ ਇਸ ਕੇਸ ਦੇ ਵਿੱਚ ਬੜੀ ਇੰਟਰਸਟਿੰਗ ਚੀਜ਼ ਇਹ ਹੈ ਕਿ ਇਹ 10 ਸਪਟੈਂਬਰ ਦਾ ਮੇਨ ਆਰਡਰ ਹੈ ਜਿਹਨੂੰ ਚੈਲੰਜ ਕੀਤਾ ਗਿਆ ਬਲੈਂਕਟ ਬੇਲ ਵਾਲਾ ਜੀ। ਸੋ ਜੇ 10 ਸਪਟੈਂਬਰ ਨੂੰ ਆਰਡਰ ਪਾਸ ਹੁੰਦਾ ਹੈ, ਪਹਿਲੀ ਗੱਲ ਤਾਂ ਮੈਂ ਜਿਹੜੇ ਹੁਣ ਐਡਵੋਕੇਟ ਜਨਰਲ ਹੈ ਉਹਨਾਂ ਦੀ ਇਸ ਚੀਜ਼ ਤੇ ਤਾਰੀਫ ਕਰਾਂਗਾ ਕਿ ਫਾਈਨਲੀ ਐਡਵੋਕੇਟ ਜਨਰਲ ਸਾਹਿਬ ਆਪ ਪੇਸ਼ ਵੀ ਹੋਏ ਹੈ। ਨਹੀਂ ਤਾਂ ਪਹਿਲਾਂ ਤਾਂ ਐਡਵੋਕੇਟ ਜਨਰਲਸ ਪੇਸ਼ ਹੀ ਨਹੀਂ ਹੋ ਰਹੇ ਸੀ ਜਾਂ ਨਹੀਂ ਪਾ ਰਹੇ ਸੀ ਬਿਕੋਜ਼ ਆਫ ਹੈਵਿੰਗ ਬੀਨ ਸੈਨੀਜ਼ ਲਾਇਰ, ਔਰ ਦੂਜੇ ਲਾਇਰਸ ਪੇਸ਼ ਹੋ ਰਹੇ ਸੀ। ਇੱਥੇ ਐਡਵੋਕੇਟ ਜਨਰਲ ਸਾਹਿਬ ਆਪ ਪੇਸ਼ ਤਾਂ ਹੋਏ, ਦੈਟ ਇਜ਼ ਸਮਥਿੰਗ ਕਮੈਂਡੇਬਲ। ਦੂਜੀ ਗੱਲ, ਪੇਸ਼ ਹੋਣ ਤੋਂ ਬਾਅਦ ਜੋ ਸਾਡੇ ਇੰਪੈਕਟ ਗਿਆ ਹੈ ਉਸ ਚੀਜ਼ ਦਾ, ਤੁਸੀਂ ਵੇਖੋ
ਕਿ ਆਨਰੇਬਲ ਸੁਪਰੀਮ ਕੋਰਟ ਨੇ ਇਸ ਚੀਜ਼ ਦਾ ਬੜਾ ਸੀਰੀਅਸ ਨੋਟ ਲਿਆ। ਹੁਣ ਪੰਜਾਬ ਨੇ ਕੀ ਬਹਿਸ ਕੀਤੀ ਹੈ ਉਹ ਤਾਂ ਪਤਾ ਨਹੀਂ ਸਾਨੂੰ, ਪਰ ਜੇ ਆਨਰੇਬਲ ਚੀਫ ਜਸਟਿਸ ਆਫ ਇੰਡੀਆ ਜਾਂ ਜਿਹੜਾ ਫੁੱਲ ਬੈਂਚ ਬੈਠਾ ਸੀ ਆਨਰੇਬਲ ਸੁਪਰੀਮ ਕੋਰਟ ਦਾ, ਜਦੋਂ ਉਹਨਾਂ ਨੇ ਇਹ ਕਿਹਾ ਹੈ ਕਿ ਅਨਪ੍ਰੈਸੀਡੈਂਟਡ ਆਰਡਰ ਹੈ ਔਰ ਇਹੋ ਜਿਹਾ ਆਰਡਰ ਨਹੀਂ ਪਾਸ ਹੋਣਾ ਚਾਹੀਦਾ ਸੀ, ਸੋ 10 ਸਪਟੈਂਬਰ ਦਾ ਆਰਡਰ 6 ਮਹੀਨਿਆਂ ਤੋਂ ਬਾਅਦ 2 ਹਫ਼ਤਿਆਂ ਦੇ ਵਿੱਚ ਡਿਸਪੋਜ਼ ਆਫ ਹੋਣ ਦਾ ਆਰਡਰ ਹੁੰਦਾ ਹੈ। ਹੁਣ ਇਹ ਸਿਰਫ 6 ਮਹੀਨੇ ਦੀ ਡਿਲੇ ਨਹੀਂ ਹੈ, ਇੱਥੇ ਤੁਸੀਂ ਦੇਖੋਗੇ 2018 ਤੋਂ ਇਹ ਕੇਸ ਚੱਲ ਰਿਹਾ ਹੈ ਜੀ। ਸੋ ਇਹ 3.5 ਸਾਲ ਦੀ ਡਿਲੇ ਹੈ। 3.5 ਸਾਲ ਤੋਂ ਐਂਟੀਸਪੇਟਰੀ ਬੇਲ ਨੂੰ ਪੈਂਡਿੰਗ ਰੱਖ ਕੇ ਸੁਮੇਧ ਸੈਣੀ ਵੈਂਡੇਟਾ ਦੀ ਝੂਠੀ ਪਲੀ ਲੈ ਕੇ ਆਪਦੇ ਆਪ ਨੂੰ ਇੱਕ ਵਿਕਟਿਮ ਸ਼ੋ ਕਰਦਿਆਂ ਹੋਇਆਂ, ਜੁਡੀਸ਼ੀਅਲ ਸਿਸਟਮ ਨਾਲ ਖੇਡਦਿਆਂ ਹੋਇਆਂ, ਮਿਸਲੀਡ ਕਰਦਿਆਂ ਹੋਇਆਂ, ਜੁਡੀਸ਼ੀਅਲ ਜੱਜਸ ਨੂੰ ਮਿਸਲੀਡ ਕਰਦਿਆਂ ਹੋਇਆਂ ਇੱਕ ਰਿਲੀਫ ਲੈਂਦਾ ਰਿਹਾ ਹੈ, ਜਿਸ ਕਰਕੇ ਪਬਲਿਕ ਦਾ ਵੀ ਕਿਤੇ ਨਾ ਕਿਤੇ ਪਬਲਿਕ ਵੀ ਡੀਮੋਰਲਾਈਜ਼ ਹੋ ਰਹੀ ਸੀ ਕਿ ਕਚਹਿਰੀਆਂ 'ਚ ਇਨਸਾਫ ਨਹੀਂ ਮਿਲ ਰਿਹਾ। ਹਾਲਾਂਕਿ ਸੱਚਾਈ ਇਹ ਸੀ ਕਿ ਉਹਨੂੰ ਕਿਤੇ ਨਾ ਕਿਤੇ ਗਵਰਨਮੈਂਟ ਐਸਟੈਬਲਿਸ਼ਮੈਂਟ ਵਿੱਚ ਹੈਲਪ ਮਿਲ ਰਹੀ ਸੀ ਔਰ ਉਹੋ ਜਿਹੀਆਂ ਚੀਜ਼ਾਂ ਹੋ ਰਹੀਆਂ ਸੀ, ਜਿਸ ਕਰਕੇ 3.5 ਸਾਲ ਇਹ ਮੈਟਰ ਪੈਂਡਿੰਗ ਰਿਹਾ। ਵਿਰਕ ਸਾਹਿਬ, ਤੁਸੀਂ ਮੇਰੇ ਕੋਲ ਮੈਂ ਸੁਪਰੀਮ ਕੋਰਟ ਦੀ ਵੈਬਸਾਈਟ ਤੋਂ ਇਹ ਕਾਗਜ਼ ਕੱਢ ਕੇ ਲਿਆਇਆ ਜੀ। ਇੱਕ ਕੇਸ ਹੈ 11/10/2018, ਫਿਰ 23/9/2020, ਫਿਰ 10/9/2021। ਇਹ ਸਾਰੇ ਹੀ ਜਿਹੜੇ ਕੇਸਿਸ ਨੇ ਇਹਨਾਂ ਵਿੱਚ ਇਹਨਾਂ ਨੂੰ ਬੇਲ ਮਿਲੀ ਹੈ। ਸਰ ਇਹ ਬੇਸਿਕਲੀ ਕੀ ਹੈ, ਸੁਮੇਧ ਸੈਣੀ ਦੀ ਪਟੀਸ਼ਨ ਸੀ CRM-M 45242 ਆਫ 2018। ਇਹਦੇ 3 ਆਰਡਰਸ ਨੇ ਉਹਦੇ ਵਿੱਚ ਬੇਸਿਕਲੀ, ਜਿਨ੍ਹਾਂ ਨੂੰ ਇਹਨਾਂ ਨੇ ਇਸ SLP ਦੇ ਵਿੱਚ ਚੈਲੰਜ ਕੀਤਾ ਹੈ ਜੀ। ਜੇ ਤੁਸੀਂ ਇਸ ਪਟੀਸ਼ਨ ਨੂੰ ਲਓ, ਬਲੈਂਕਟ ਬੇਲ ਇੱਕ ਐਂਟੀਸਪੇਟਰੀ ਬੇਲ ਹੁੰਦੀ ਹੈ ਜਿਹੜੀ ਇੱਕ ਜਣਾ FIR ਹੋਣ ਤੋਂ ਬਾਅਦ ਕੋਰਟ ਜਾਂਦਾ ਹੈ, ਸੋ ਇਟ ਇਜ਼ ਐਨ ਐਂਟੀਸਪੇਟਰੀ ਬੇਲ ਇਨ ਦੈਟ FIR। ਜਦੋਂ ਬਿਨਾਂ FIR ਤੋਂ ਜਾਓ ਕਿ ਜੀ ਸਾਨੂੰ ਅਰੈਸਟ ਹੋਣ ਦਾ ਖਤਰਾ ਹੈ, ਸੋ ਉਹਨੂੰ ਬਲੈਂਕਟ ਬੇਲ ਕਹਿੰਦੇ ਆ। ਹੁਣ ਐਂਟੀਸਪੇਟਰੀ ਬਲੈਂਕਟ ਬੇਲ ਸੁਮੇਧ ਸੈਣੀ ਨੇ ਮੰਗੀ ਔਨ ਦੀ ਗਰਾਊਂਡਸ ਆਫ ਵੈਂਡੇਟਾ। ਹੁਣ ਸੁਮੇਧ ਸੈਣੀ ਕਿਹੋ ਜਿਹਾ ਅਫਸਰ ਹੈ, ਕਿਹੋ ਜਿਹੇ ਉਹਨੇ ਹਰਕਤਾਂ ਕੀਤੀਆਂ, ਤੁਹਾਡੇ ਦਰਸ਼ਕ ਵੀ ਜਾਣਦੇ ਨੇ ਜੀ। ਸੋ ਸੁਮੇਧ ਸੈਣੀ ਨੇ ਜਦੋਂ ਪਟੀਸ਼ਨ ਪਾਈ ਉਸ ਡੇਟ ਤੇ 2018 ਦੇ ਵਿੱਚ, ਜਿਹੜਾ 11/10 ਦਾ ਆਰਡਰ ਹੈ, ਉਸ ਆਰਡਰ ਦੇ ਵਿੱਚ ਐਡਵੋਕੇਟ ਜਨਰਲ ਉਦੋਂ ਜਿਹੜੇ ਸੀ ਮਿਸਟਰ ਅਤੁਲ ਨੰਦਾ, ਇਹਨਾਂ ਨੇ ਪੇਸ਼ ਹੋ ਕੇ ਆਰਗੂਮੈਂਟ ਕੀਤਾ ਔਰ ਸੁਮੇਧ ਸੈਣੀ ਨੂੰ ਇੰਟਰਿਮ ਮਿਲ ਗਈ। ਉਸ ਤੋਂ ਬਾਅਦ ਐਡਵੋਕੇਟ ਜਨਰਲ ਇਸ ਕੇਸ 'ਚ ਪੇਸ਼ ਨਹੀਂ ਹੋਏ। ਸ਼ੁਰੂ 'ਚ ਇਹਦੇ 'ਚ ਡੇਟਸ ਪਈਆਂ, ਸਰਕਾਰ ਨੇ ਰਿਪਲਾਈ ਲਈ ਟਾਈਮ ਲੈ ਲਿਆ, ਫਿਰ ਉਸ ਤੋਂ ਬਾਅਦ ਸ਼ਾਇਦ 2 ਜਾਂ 3 ਡੇਟਸ ਤੋਂ ਬਾਅਦ ਰਿਪਲਾਈ ਫਾਈਲ ਹੋਇਆ, ਮੈਨੂੰ ਐਗਜ਼ੈਕਟਲੀ ਧਿਆਨ ਨਹੀਂ। ਇਹ ਨੈਟ ਦੇ ਉੱਤੇ ਆਰਡਰਸ ਨੇ, ਮਤਲਬ ਤੁਹਾਡੇ ਦਰਸ਼ਕ ਮੈਂ ਚਾਹਾਂਗਾ ਆਪ ਚੈੱਕ ਕਰ ਲੈਣ। ਪਟੀਸ਼ਨ ਨੰਬਰ ਵੀ CRM-M 45242 ਆਫ 2018 ਹੈ, ਉਹਦੇ ਤੋਂ ਪਤਾ ਲੱਗ ਜੂਗਾ ਆਰਡਰਸ ਦੇ ਵਿੱਚ ਕਿ ਸਰਕਾਰ ਕਦੋਂ ਪੇਸ਼ ਹੋਈ, ਸਰਕਾਰ ਨੇ ਕਿਸ ਤਰ੍ਹਾਂ ਡਿਲੇ ਕੀਤੀ, ਕੀ ਕੇਸ ਦੀ ਆਊਟਕਮ ਹੋਈ। ਹੁਣ ਉਹਦੇ ਵਿੱਚ 3 ਆਰਡਰਸ ਇਹੋ ਜਿਹੇ ਆਏ ਜਿੱਥੇ ਸੁਮੇਧ ਸੈਣੀ ਨੂੰ ਬਲੈਂਕਟ ਪ੍ਰੋਟੈਕਸ਼ਨ ਦਿੱਤੀ ਗਈ। ਉਹ ਬਲੈਂਕਟ ਪ੍ਰੋਟੈਕਸ਼ਨ ਨੂੰ ਫਾਈਨਲੀ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ 24 ਦਸੰਬਰ ਨੂੰ ਚੈਲੰਜ ਕੀਤਾ ਗਿਆ। ਹੁਣ ਚਲੋ ਜੋ ਵੀ ਡਿਲੇ ਹੋਈ, ਦੇਰ ਦੁਰਸਤ ਆਏ ਮੈਂ ਕਹਿੰਦਾ। ਹੁਣ ਫਾਈਨਲੀ ਇਹ ਪਟੀਸ਼ਨ ਜਿਹੜੀ 3.5 ਸਾਲ ਤੋਂ ਸੁਮੇਧ ਸੈਣੀ ਦੀ ਇੱਕ ਬੁਲਟ ਪ੍ਰੂਫ ਅੰਬ੍ਰੇਲਾ ਵਾਂਗੂ ਬਲੈਂਕਟ ਪ੍ਰੋਟੈਕਸ਼ਨ ਬਣੀ ਹੋਈ ਸੀ, ਅੱਜ ਫਾਈਨਲੀ ਹੁਣ ਉਹ ਆਰਡਰ ਹੋਏ ਸੋ 2 ਹਫ਼ਤਿਆਂ ਦੇ ਵਿੱਚ ਹੋਪਫੁਲੀ ਡਿਸਾਈਡ ਹੋਊਗੀ ਔਰ ਅਸੀਂ ਉਮੀਦ ਕਰਦੇ ਹਾਂ ਕਿ ਚੀਜ਼ਾਂ ਦੁਬਾਰਾ ਸ਼ੇਪ ਲੈਣਗੀਆਂ, ਇਨਵੈਸਟੀਗੇਸ਼ਨਸ ਪ੍ਰੋਸੀਡ ਕਰਨਗੀਆਂ। ਵੇਖੋ, ਇੱਕ ਮੈਂ ਤੁਹਾਡੇ ਦਰਸ਼ਕਾਂ ਨੂੰ ਚੀਜ਼ ਕਲੈਰੀਫਾਈ ਕਰਨੀ ਚਾਹੁੰਦਾ, ਸਰਕਾਰ ਦਾ ਮਿਸਕੰਡਕਟ ਜਾਂ ਸਰਕਾਰ ਦਾ ਲੈਕ ਆਫ ਐਫੀਸ਼ੀਐਂਸੀ ਜਾਂ ਸਰਕਾਰ ਦੀ ਇੰਟੈਂਸ਼ਨ, ਉਸ ਚੀਜ਼ ਦਾ ਜਵਾਬ ਮੈਂ ਨਹੀਂ ਦੇ ਸਕਦਾ। ਮੈਂ ਇੱਕ ਪ੍ਰਾਈਵੇਟ ਵਕੀਲ ਹਾਂ ਔਰ ਮੈਂ ਕੰਪਲੇਨੈਂਟ ਵੱਲੋਂ ਆ ਰਿਹਾ। ਜੇ ਸਰਕਾਰ ਵੱਲੋਂ ਕੋਈ ਕਮੀ ਰਹਿ ਰਹੀ ਹੈ, ਮੈਂ ਉਸ ਚੀਜ਼ ਨੂੰ ਪੂਰਾ ਕਰ ਸਕਦਾ। ਮੇਰੀ ਉਹੀ ਐਫਰਟ ਹੈ, ਮੇਰੀ ਇੱਕ ਐਂਡੇਵਰ ਰਹੀ ਹੈ ਕਿ ਕ੍ਰਿਮੀਨਲਸ ਇਨ ਯੂਨੀਫਾਰਮ ਨੂੰ ਉਹਨਾਂ ਦੀ ਸਹੀ ਥਾਂ ਤੇ ਪਹੁੰਚਾਇਆ ਜਾਵੇ, ਸਲਾਖਾਂ ਦੇ ਪਿੱਛੇ। ਔਰ ਉਹ ਸਲਾਖਾਂ ਦੇ ਪਿੱਛੇ ਝੂਠੇ ਕੇਸ ਨਹੀਂ, ਸੱਚੇ ਕੇਸਾਂ 'ਚ ਜੋ ਉਹਨਾਂ ਨੇ ਪਾਪ ਕੀਤੇ ਹੈ, ਇਲੀਗਲ ਐਕਟਸ ਕੀਤੇ, ਉਹਨਾਂ ਲਈ ਸਜ਼ਾ ਦਿਵਾ ਕੇ ਔਰ ਇਸ ਜੁਡੀਸ਼ੀਅਲ ਸਿਸਟਮ ਦੇ ਵਿੱਚ ਫੇਥ ਰਿਪੋਜ਼ ਕਰਾਂ। ਉਹ ਮੇਰਾ ਫਰਜ਼ ਵੀ ਔਰ ਉਹੀ ਮੇਰੀ ਐਂਡੇਵਰ ਹੈ। ਇੱਥੇ ਵੀ ਸਰਕਾਰ ਨੇ ਕੀ ਡਿਲੇ ਕੀਤੀ ਹੈ, ਮੈਂ ਉਸ ਚੀਜ਼ ਦਾ ਜਵਾਬ ਨਹੀਂ ਦੇ ਸਕਦਾ ਕਿ ਉਹਨਾਂ ਨੇ ਕਿਉਂ ਕੀਤੀ ਹੈ, ਪਰ ਹਾਂ ਡੈਫੀਨਿਟਲੀ ਉਹ ਡਿਲੇਜ਼ ਕਰਕੇ ਸੁਮੇਧ ਸੈਣੀ ਬਚਦਾ ਰਿਹਾ। ਨਹੀਂ ਵਿਰਕ ਸਾਹਿਬ, ਤੁਸੀਂ ਤਾਂ ਨਹੀਂ ਕਹਿ ਸਕਦੇ, ਲੇਕਿਨ ਜਿਹੜਾ ਮੈਂ ਹੁਣੀ ਪੜ੍ਹਿਆ ਇਹਦੇ ਵਿੱਚ ਤਾਂ ਬਹੁਤ ਸਟਰੋਂਗਲੀ ਚੀਫ ਜਸਟਿਸ ਆਫ ਇੰਡੀਆ ਨੇ ਔਰ ਪੂਰੇ ਬੈਂਚ ਨੇ ਬੜੇ ਸਟਰੋਂਗ ਵਰਡਸ ਦੇ ਵਿੱਚ ਕ੍ਰਿਟਿਸਾਈਜ਼ ਕੀਤੀ ਹੈ ਜਜਮੈਂਟ ਵੀ। ਤੁਸੀਂ ਫਿਊਚਰ ਦੀ ਜਜਮੈਂਟ ਕਿਵੇਂ ਦੇ ਸਕਦੇ ਹੋ? ਔਰ ਉਹ ਵੀ ਸੁਮੇਧ ਸਿੰਘ ਸੈਣੀ ਵਰਗਾ ਬੰਦਾ ਜਿਹਦੇ ਉੱਪਰ CBI ਦੀ ਇਨਕੁਆਇਰੀ ਚੱਲ ਰਹੀ ਹੈ ਔਰ ਉਹ ਡਿਸਟ੍ਰਿਕਟ ਕੋਰਟ ਦੇ ਵਿੱਚ ਦਿੱਲੀ ਦੇ ਵਿੱਚ ਪੇਸ਼ ਨਹੀਂ ਹੋ ਰਿਹਾ, ਪੂਰਾ ਹਿੰਦੂ ਪਰਿਵਾਰ ਉਜਾੜਤਾ ਉਹਨੇ ਇੱਕ।
ਉਹਨੇ ਪੂਰਾ ਹਿੰਦੂ ਪਰਿਵਾਰ ਉਜਾੜਤਾ, ਉਹਨੂੰ ਚੱਕ ਕੇ ਭੱਠੀ ਦੇ ਵਿੱਚ ਸਿੱਟਤਾ, ਸਾਰਾ ਡਿਸਅਪੀਅਰ ਕਰਤਾ, ਪੂਰਾ ਦਾ ਪੂਰਾ ਖਾਨਦਾਨੀ ਉਹਨੇ ਤਹਿਸ ਨਹਿਸ ਕਰਤਾ। ਉਸ ਬਾਰੇ ਜੇ ਚੀਫ ਜਸਟਿਸ ਆਫ ਇੰਡੀਆ ਔਰ ਬਾਕੀ ਜੱਜਿਸ ਨੂੰ ਸਮਝ ਆ ਸਕਦੀ ਹੈ, ਵਾਈ ਇਹ ਹੁਣ ਸਵਾਲ ਇਹ ਉੱਠਦਾ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਜੱਜਿਸ ਨੇ ਇਹਨੂੰ ਪ੍ਰੋਟੈਕਸ਼ਨ ਦਿੱਤੀ ਕਿਉਂ? ਸਰ ਮੈਂ ਉਹਦੇ ਵੀ ਅਗੇਨ ਦੋ ਪਹਿਲੂ ਆਉਂਦੇ ਆ ਜਜਮੈਂਟ ਦੇ। ਪਹਿਲਾ ਤੁਸੀਂ ਜੇ ਨਿਊਜ਼ ਵੇਖੋਗੇ ਬਾਰ ਐਂਡ ਬੈਂਚ ਵੈਬਸਾਈਟ ਨੇ ਜੋ ਰਿਪੋਰਟ ਕੀਤੇ ਹੈ ਕਿ ਜੋ ਆਬਜ਼ਰਵੇਸ਼ਨਸ ਆਨਰੇਬਲ ਚੀਫ ਜਸਟਿਸ ਆਫ ਇੰਡੀਆ ਨੇ ਦਿੱਤੀਆਂ, ਉਹਦੇ ਵਿੱਚ ਕਿਤੇ ਵੀ ਸੈਣੀ ਦੇ ਕ੍ਰੈਡੈਂਸ਼ੀਅਲਸ ਦੇ ਉੱਤੇ ਕਮੈਂਟ ਨਹੀਂ ਹੈ। ਉਹਨਾਂ ਨੇ ਕਿਹਾ ਹੈ ਕਿ ਬਲੈਂਕੇਟ ਪ੍ਰੋਟੈਕਸ਼ਨ ਫॉर ਆਲ ਆਫੈਂਸਸ, ਕਿ ਅੱਗੇ ਵੀ ਜੇ ਕੋਈ ਆਫੈਂਸ ਆਉਂਦਾ ਹੈ ਜਾਂ ਕੋਈ ਕ੍ਰਾਈਮ ਕਮਿਟ ਕੀਤਾ ਹੋਇਆ ਆਉਂਦਾ, ਉਹਦੇ 'ਚ ਵੀ ਬਲੈਂਕੇਟ ਪ੍ਰੋਟੈਕਸ਼ਨ ਦੇਣਾ ਗਲਤ ਹੈ ਜੀ। ਦੇਖੋ ਕੋਈ ਵੀ ਜੱਜ ਆਰਡਰ ਕਰੇ, ਉਹਦਾ ਅਪੀਲ ਕਰਕੇ ਉਹਨੂੰ ਸੈਟ ਅਸਾਈਡ ਕਰਨਾ ਉਹ ਇੱਕ ਲੀਗਲ ਰੈਮੇਡੀ ਹੈ ਜਿਹੜਾ ਹਰ ਕੋਈ ਅਵੇਲ ਕਰਦਾ ਹੈ। ਇੱਥੇ ਉਹਨਾਂ ਨੇ ਆਹ ਜਿਹੜੀ ਆਬਜ਼ਰਵੇਸ਼ਨ ਦਿੱਤੀ ਹੈ ਕਿ ਲੀਗਲ ਪੈਰਾਮੀਟਰਸ ਨੂੰ ਐਕਸੀਡ ਕੀਤਾ ਗਿਆ ਹੈ, ਉਸ ਪੁਆਇੰਟ ਤੱਕ ਤਾਂ ਚੀਜ਼ ਬਿਲਕੁਲ ਐਕਸੈਪਟੇਬਲ ਹੈ। ਲੇਕਿਨ ਜਿਹੜਾ ਇੰਪਿਊਨਡ ਆਰਡਰ ਹੈ ਜਿਹਨੂੰ ਸਟੇਟ ਨੇ ਚੈਲੰਜ ਕੀਤਾ ਹੈ ਸੈਣੀ ਨੂੰ ਬਲੈਂਕੇਟ ਪ੍ਰੋਟੈਕਸ਼ਨ ਦੇਣ ਦਾ, ਉਸ 10 ਸਪਟੈਂਬਰ 2021 ਦੇ ਆਰਡਰ ਨੂੰ ਜੇ ਤੁਸੀਂ ਪੜੋਗੇ, ਇੱਕ ਬੜਾ ਸ਼ੌਕਿੰਗ ਪਹਿਲੂ ਉਹਦੇ 'ਚ ਬਾਹਰ ਆਉਂਦਾ ਹੈ। ਇਟ ਇਜ਼ ਨਾਟ ਕਿ ਕੋਰਟ ਦਾ ਆਰਡਰ ਟੋਟਲੀ ਗਲਤ ਹੈ। ਇੱਕ ਹਿੱਸਾ ਹੈ ਜਿੱਥੇ ਜੁਡੀਸ਼ੀਅਲ ਪੈਰਾਮੀਟਰ ਐਕਸੀਡ ਹੋਇਆ ਹੈ, ਪਰ ਉਹਦੇ 'ਚ ਇੱਕ ਦੂਜਾ ਪਹਿਲੂ ਵੀ ਹੈ। ਮੈਂ ਰਿਕੁਐਸਟ ਕਰਾਂਗਾ ਤੁਹਾਡੇ ਦਰਸ਼ਕ ਇਹ ਆਰਡਰ ਡਾਊਨਲੋਡ ਕਰਕੇ ਪੜ੍ਹਨ ਧਿਆਨ ਨਾਲ। ਇਹ 45 ਜਾਂ 47 ਪੇजेस ਦਾ ਆਰਡਰ ਹੈ। ਸੁਮੇਧ ਸੈਣੀ ਦੇ ਖਿਲਾਫ ਸੀਬੀਆਈ ਦਾ ਕੇਸ ਚੱਲ ਰਿਹਾ ਦਿੱਲੀ, ਜਿਹੜਾ ਤੁਸੀਂ ਕਹਿ ਰਹੇ ਹੋ ਉਹਨੇ ਹਿੰਦੂ ਪਰਿਵਾਰ ਮਾਰਿਆ ਹੈ। ਉਸ ਕੇਸ ਦੀ ਕਿਤੇ ਇਹਦੇ ਵਿੱਚ ਰੈਫਰੈਂਸ ਵੀ ਨਹੀਂ ਹੈ, ਇਹਦੇ 'ਚ ਕਿਤੇ ਮੈਂਸ਼ਨ ਵੀ ਨਹੀਂ ਕੀਤਾ ਗਿਆ ਕਿ ਸੁਮੇਧ ਸੈਣੀ ਨੂੰ ਸੀਬੀਆਈ ਪ੍ਰੋਸੀਕਿਊਟ ਕਰ ਰਹੀ ਹੈ। ਦੂਜੀ ਗੱਲ, ਸੁਮੇਧ ਸੈਣੀ ਕਹਿ ਰਿਹਾ ਹੈ ਕਿ ਸੀਬੀਆਈ ਨੂੰ ਉਹਦੇ ਕੇਸਿਸ ਟ੍ਰਾਂਸਫਰ ਕੀਤੇ ਜਾਣ। ਜੇ ਸੁਮੇਧ ਸੈਣੀ ਦਾ ਸੀਬੀਆਈ 'ਚ ਇੰਨਾ ਫੇਥ ਹੈ ਤੇ ਇਹਦਾ ਮਤਲਬ ਜੋ ਸੁਮੇਧ ਸੈਣੀ ਨੂੰ ਸੀਬੀਆਈ ਨੇ ਚਾਰਜ ਸ਼ੀਟ ਕੀਤਾ ਹੈ, ਉਹ ਟ੍ਰਾਇਲ ਫੇਸ ਕਰ ਰਿਹਾ ਤੇ ਉਹ ਐਲੀਗੇਸ਼ਨ ਸਹੀ ਨੇ ਸੀਬੀਆਈ ਦੇ। ਸੋ ਸੁਮੇਧ ਸੈਣੀ ਸ਼ੁੱਡ ਸਟ੍ਰੇਟ ਅਵੇ ਪਲੀਡ ਗਿਲਟੀ। ਇਹ ਪਲੀ ਤਾਂ ਸੁਮੇਧ ਸੈਣੀ ਦੇ ਖਿਲਾਫ ਜਾਂਦੀ ਹੈ। ਤੀਜੀ ਗੱਲ, ਜੇ ਅਸੀਂ ਉਸ ਆਰਡਰ ਨੂੰ ਵੇਖੀਏ, ਉਹਦੇ ਵਿੱਚ ਕਿਤੇ ਵੀ ਨਾ ਸੀਬੀਆਈ ਕੇਸ ਦਾ ਜ਼ਿਕਰ ਆਉਂਦਾ ਹੈ, ਨਾ ਉਹਦੇ 'ਚ ਇਹ ਆਉਂਦਾ ਹੈ ਕਿ ਜਸਟਿਸ ਝਾਂਜੀ ਨੇ ਸੁਮੇਧ ਸੈਣੀ ਨੂੰ ਇੰਟੀਮੀਡੇਟ ਕਰਵਾਉਣ ਦੇ ਲਈ, ਨਿਹੰਗ ਅਜੀਤ ਸਿੰਘ ਭੁੱਲਾ ਭੇਜ ਕੇ ਇੰਟੀਮੀਡੇਟ ਕਰਾਉਣ ਦੇ ਲਈ ਸੁਮੇਧ ਸੈਣੀ ਦੇ ਖਿਲਾਫ ਸਟ੍ਰਿਕਚਰਸ ਤੇ ਆਬਜ਼ਰਵੇਸ਼ਨਸ ਦਿੱਤੀਆਂ। ਨਾ ਕਿਤੇ ਚੀਫ ਜਸਟਿਸ ਆਫ ਇੰਡੀਆ, ਫਾਰਮਰ ਚੀਫ ਜਸਟਿਸ ਆਫ ਇੰਡੀਆ ਜਸਟਿਸ ਤੀਰਥ ਸਿੰਘ ਠਾਕੁਰ ਦੀ ਲਿਖੀ ਹੋਈ ਚਿੱਠੀ, ਜਿਹਦੇ ਵਿੱਚ ਉਹਨਾਂ ਨੇ ਚੀਫ ਜਸਟਿਸ ਆਫ ਇੰਡੀਆ ਨੂੰ ਇੱਕ ਇਨਕੁਆਇਰੀ ਕਰਨ ਤੋਂ ਬਾਅਦ ਲੈਟਰ ਲਿਖੀ ਔਰ ਸੁਮੇਧ ਸੈਣੀ ਨੂੰ ਉਸ ਇਨਕੁਆਇਰੀ ਦੇ ਵਿੱਚ ਇੰਡਾਈਟ ਕੀਤਾ ਹੈ, ਉਹਦਾ ਜ਼ਿਕਰ ਆਉਂਦਾ ਹੈ। ਉਹ ਵੀ ਕਿਤੇ ਨਹੀਂ ਮੈਂਸ਼ਨ ਕੀਤਾ। ਨਾ ਕਿਤੇ ਇਹ ਮੈਂਸ਼ਨ ਕੀਤਾ ਕਿ ਯੂਨਾਈਟਿਡ ਨੇਸ਼ਨਸ ਦੀ ਰਿਪੋਰਟ ਦੇ ਵਿੱਚ ਹਿਊਮਨ ਰਾਈਟਸ ਵਾਇਲੇਸ਼ਨਸ ਲਈ ਸੁਮੇਧ ਸੈਣੀ ਦਾ ਜ਼ਿਕਰ ਕੀਤਾ ਹੈ, ਉਹ ਵੀ ਕਿਤੇ ਨਹੀਂ ਮੈਂਸ਼ਨ ਕੀਤਾ ਇਹਦੇ 'ਚ। ਹੁਣ ਜੇ ਆਪਾਂ ਇਹ ਟੋਟੈਲਿਟੀ 'ਚ ਦੇਖੀਏ, ਕੋਈ ਵੀ ਕੇਸ ਅਸੀਂ ਆਰਗਿਊ ਕਰੀਏ ਐਂਟੀਸਪੇਟਰੀ ਬੇਲ ਦਾ, ਤੇ ਉਹਦੇ 'ਚ ਅਸੀਂ ਸਭ ਤੋਂ ਪਹਿਲਾਂ ਇਹ ਦੱਸਦੇ ਹਾਂ ਕਿ ਬੰਦੇ ਦੇ ਐਂਟੀਸੀਡੈਂਟਸ, ਉਹਦੇ ਕ੍ਰੈਡੈਂਸ਼ੀਅਲਸ ਕੀ ਹੈ, ਉਹਦੀ ਬੈਕਗਰਾਉਂਡ ਕੀ ਹੈ। ਸੋ ਸੁਮੇਧ ਸੈਣੀ ਦੇ ਖਿਲਾਫ ਆਹ ਚੀਜ਼ਾਂ ਤਾਂ ਕਦੇ ਜੱਜ ਸਾਹਿਬ ਦੇ ਸਾਹਮਣੇ ਹਾਈ ਕੋਰਟ 'ਚ ਰੱਖੀਆਂ ਹੀ ਨਹੀਂ ਸਰਕਾਰ ਨੇ। ਦੂਜੀ ਗੱਲ, ਉਹਦੇ 'ਚ ਇਹ ਐਂਟੀਸਪੇਟਰੀ ਬੇਲ 'ਚ ਦੇਖਿਆ ਜਾਂਦਾ ਹੈ ਕਿ ਕੀ ਉਹ ਜਿਹੜਾ ਅਕਿਊਜ਼ਡ ਹੈ ਉਹ ਐਵੀਡੈਂਸ ਟੈਂਪਰ ਕਰੂਗਾ ਜਾਂ ਵਿਟਨੈਸਸ ਨੂੰ ਇੰਟੀਮੀਡੇਟ ਕਰੂਗਾ ਜਾਂ ਐਬਸਕੌਂਡ ਕਰੂਗਾ। ਹੁਣ ਸੈਣੀ ਐਬਸਕੌਂਡ ਤਾਂ ਨਹੀਂ ਕਰ ਸਕਦਾ ਬਿਕੋਜ਼ ਆਫ ਹਾਈ ਥ੍ਰੈਟ ਪਰਸੈਪਸ਼ਨ, ਪਰ ਉਹਨੇ ਵਿਟਨੈਸਸ ਨੂੰ ਇੰਟੀਮੀਡੇਟ ਕਰਨਾ ਹੈ ਕਿ ਨਹੀਂ, ਇਹ ਸੋਚਣ ਵਾਲੀ ਗੱਲ ਹੈ। ਜਿਹੜਾ ਬੰਦਾ ਜੱਜਿਸ ਨੂੰ ਇੰਟੀਮੀਡੇਟ ਕਰ ਰਿਹਾ ਹੈ, ਹਾਈ ਕੋਰਟ ਦੇ ਜੱਜਿਸ ਨੂੰ, ਇੱਕ ਜੱਜ ਸਾਹਿਬ ਨੇ ਆਰਡਰ 'ਚ ਲਿਖਤਾ, ਦੂਜੇ ਫਾਰਮਰ ਚੀਫ ਜਸਟਿਸ ਆਫ ਇੰਡੀਆ ਨੇ ਇਨਕੁਆਇਰੀ ਦੇ ਵਿੱਚ ਲਿਖਤਾ, ਹੋਰ ਸਾਨੂੰ ਕੀ ਪ੍ਰੂਫ ਚਾਹੀਦਾ? ਇਹ ਫੈਕਟਸ ਕੋਰਟ ਦੇ ਸਾਹਮਣੇ ਰੱਖੇ ਹੀ ਨਹੀਂ ਗਏ। ਨਹੀਂ ਵਿਰਕ ਸਾਹਿਬ, ਮੈਂ ਤੁਹਾਨੂੰ ਇੱਥੇ ਟੋਕਾਂਗਾ। ਤੁਸੀਂ ਗੱਲ ਕਹੀ ਕਿ ਸੈਣੀ ਅਬਸਕੌਂਡ ਨਹੀਂ ਕਰ ਸਕਦਾ। ਜੇ ਤੁਹਾਨੂੰ ਯਾਦ ਹੋਵੇ, ਸੁਮੇਧ ਸੈਣੀ ਕਈ ਦਿਨ ਗੁੰਮ ਰਿਹਾ ਹੈ ਔਰ ਉਹਨੂੰ ਜ਼ੈਡ ਸਿਕਿਉਰਿਟੀ ਮਿਲੀ ਹੋਈ ਹੈ ਔਰ ਪੰਜਾਬ ਪੁਲਿਸ ਦੀ ਵੀ ਸਿਕਿਉਰਿਟੀ ਸੀ ਔਰ ਸੈਂਟਰਲ ਗਵਰਨਮੈਂਟ ਦੀ ਵੀ ਸਿਕਿਉਰਿਟੀ ਸੀ। ਕਿਆ ਇਹ ਪੋਸੀਬਲ ਹੈ ਕਿ ਜਿਹਨੂੰ ਇੰਨੀ ਸਿਕਿਉਰਿਟੀ ਮਿਲੀ ਹੋਵੇ ਉਹ ਅੰਡਰਗਰਾਊਂਡ ਹੋ ਜੇ? ਜਾਂ ਤਾਂ ਉਹ ਸਿਕਿਉਰਿਟੀ ਛੱਡ ਕੇ ਭੱਜਿਆ, ਜਾਂ ਉਹ ਜੇ ਸਿਕਿਉਰਿਟੀ ਦੇ ਨਾਲ ਭੱਜਿਆ ਤੇ ਇਹ ਦਿਸ ਕਲੀਅਰਲੀ ਸ਼ੋਜ਼ ਕਿ ਪੰਜਾਬ ਪੁਲਿਸ ਦੇ ਅਫਸਰ ਮਿਲੇ ਹੋਏ ਸੀ ਤੇ ਪੰਜਾਬ ਪੁਲਿਸ ਦੇ ਅਫਸਰ ਉਹਨੂੰ ਫੜਨਾ ਹੀ ਨਹੀਂ ਚਾਹੁੰਦੇ ਸੀ, ਜਾਂ ਚੀਫ ਮਿਨਿਸਟਰ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਸੀ, ਉਹ ਫੜਨਾ ਹੀ ਨਹੀਂ ਚਾਹੁੰਦੇ ਸੀ ਉਹਨੂੰ। ਇਹ ਤਾਂ ਬਿਲਕੁਲ ਗੱਲ ਕਲੀਅਰ ਹੈ ਇਸ ਗੱਲ ਤੋਂ। ਸਰ, ਜੇ ਪੰਜਾਬ ਪੁਲਿਸ ਸੁਮੇਧ ਸੈਣੀ ਨਾਲ ਨਾ ਰਲੀ ਹੁੰਦੀ ਤੇ ਸੁਮੇਧ ਸੈਣੀ ਕਦੇ ਬਚ ਹੀ ਨਹੀਂ ਸਕਦਾ ਸੀ। ਇਨਵੈਸਟੀਗੇਸ਼ਨ ਉਹਦੇ ਖਿਲਾਫ ਹਰ ਕੇਸ ਦੇ ਵਿੱਚ ਫੇਅਰ ਹੁੰਦੀ। ਅਗੇਨ ਮੈਂ ਤੁਹਾਡੇ ਦਰਸ਼ਕਾਂ ਨੂੰ ਕਹਾਂਗਾ, ਇੱਕ ਸੁਮੇਧ ਸੈਣੀ ਦੇ ਖਿਲਾਫ ਬੜਾ ਇਨਫੇਮਸ ਕੇਸ ਹੋਇਆ ਹੈ, ਅਮਨ ਸਕੌਡਾ ਕੇਸ। ਉਹਦੇ ਵਿੱਚ ਸੁਮੇਧ ਸੈਣੀ ਦਾ ਨਾਂ ਆਇਆ ਹੈ ਕਿ ਜਦੋਂ ਡੀਜੀਪੀ ਸੀ, ਕਿਸ ਤਰ੍ਹਾਂ ਅਮਨ ਸਕੌਡਾ ਨੇ ਵਰਚੁਅਲੀ ਡੀਜੀਪੀ ਆਫਿਸ ਹੀ ਰਨ ਕੀਤਾ ਹੈ। ਉਸ ਕੇਸ ਦੇ ਵਿੱਚ ਅੱਜ ਤੱਕ ਇਨਵੈਸਟੀਗੇਸ਼ਨ ਕਿਉਂ ਨਹੀਂ ਹੋਈ? ਆਬਵੀਅਸ ਜੀ ਗੱਲ ਹੈ ਕਿ ਪੰਜਾਬ ਪੁਲਿਸ ਨਾਲ ਰਲੀ ਹੋਈ ਹੈ, ਸੈਣੀ ਐਬਸਕੌਂਡ ਕੀਤਾ ਹੈ,
ਇੰਡੀਆ ਛੱਡ ਕੇ ਨਹੀਂ ਭੱਜ ਸਕਿਆ, ਥੋੜੀ ਦੇਰ 'ਚ ਉਹਨੂੰ ਮੁੜਨਾ ਪਿਆ। ਔਰ ਜਿਹੜੇ ਸਿਕਿਉਰਿਟੀ ਵਾਲੇ ਉਹਦੇ ਨਾਲ ਸੀ ਉਹਨਾਂ ਨੇ ਫੋਨ ਬੰਦ ਕੀਤੇ ਹੋਏ ਸੀ, ਉਹਨਾਂ ਨੂੰ ਕਿਉਂ ਉਹਨਾਂ ਦੇ ਖਿਲਾਫ ਐਕਸ਼ਨ ਨਹੀਂ ਲਿਆ ਗਿਆ ਫॉर ਰਿਮੇਨਿੰਗ ਅੰਡਰਗਰਾਊਂਡ, ਉਹ ਚੀਜ਼ਾਂ ਦਾ ਜਵਾਬ ਤਾਂ ਅਗੇਨ ਪੰਜਾਬ ਪੁਲਿਸ ਹੀ ਦੇ ਸਕਦੀ ਹੈ, ਮੈਂ ਨਹੀਂ ਦੇ ਸਕਦਾ। ਐਬਸਕੌਂਡ ਕਰਨ ਦਾ ਵੀ ਜੇ ਲੱਗਦਾ ਹੈ ਆਪ ਪਲੀਜ਼ ਵੀ ਪੁਆਇੰਟ ਆਊਟ ਕਰ ਦਿੰਦੇ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਜੇ ਸੁਮੇਧ ਸੈਣੀ ਐਬਸਕੌਂਡ ਕਰ ਸਕਦਾ ਸੀ, ਆਈ ਸਟੈਂਡ ਕਰੈਕਟਡ ਔਨ ਦੈਟ, ਤੇ ਫਿਰ ਇਹ ਚੀਜ਼ਾਂ ਕਿਉਂ ਨਹੀਂ ਪੁਆਇੰਟ ਆਊਟ ਕੀਤੀਆਂ ਗਈਆਂ ਕੋਰਟ ਨੂੰ? ਇਹ ਸ਼ੋਅ ਕਰਦਾ ਕਿ ਪੰਜਾਬ ਸਰਕਾਰ ਨੇ ਕਦੇ ਵੀ ਇਸ ਕੇਸ ਨੂੰ ਸੀਰੀਅਸਲੀ ਕੰਟੈਸਟ ਹੀ ਨਹੀਂ ਕੀਤਾ। ਨਹੀਂ, ਇਹ ਮੈਂ ਇਹੀ ਗੱਲ ਕਹਿ ਰਿਹਾ ਕਿ ਮੈਂ ਆਪਣੇ ਦਰਸ਼ਕਾਂ ਨੂੰ ਵੀ ਇਹ ਗੱਲ ਸਪਸ਼ਟ ਕਰਾਂਗਾ ਕਿ ਜੋ ਮੇਰੀ ਵਿਰਕ ਸਾਹਿਬ ਨਾਲ ਡਿਸਕਸ਼ਨ ਹੋਈ ਹੈ ਔਰ ਮੈਂ ਜਦ ਦਾ ਇਹ ਕੇਸ ਕਵਰ ਕਰ ਰਿਹਾ, ਇਹ ਗੱਲ ਬਿਲਕੁਲ ਕਲੀਅਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਦੀ ਵੀ ਉਹਨੂੰ ਫੜਨਾ ਨਹੀਂ ਚਾਹੁੰਦੇ ਸੀ। ਜਾਂ ਉਹਨਾਂ ਦੇ ਆਸ-ਪਾਸ ਦੀ ਜਿਹੜੀ ਕੋਟਰੀ ਸੀ ਉਹ ਸੁਮੇਧ ਸਿੰਘ ਸੈਣੀ ਨਾਲ ਮਿਲੀ ਹੋਈ ਸੀ। ਇਹ ਕਹਿਣਾ ਬਹੁਤ ਮੁਸ਼ਕਲ ਹੈ ਵੀ ਕੌਣ ਮਿਲਿਆ ਹੋਇਆ ਸੀ, ਕੈਪਟਨ ਅਮਰਿੰਦਰ ਸਿੰਘ ਮਿਲੇ ਹੋਏ ਸੀ ਜਾਂ ਉਹਨਾਂ ਦੀ ਜਿਹੜੀ ਕੋਟਰੀ ਸੀ ਉਹ ਮਿਲੀ ਹੋਈ ਸੀ ਸੁਮੇਧ ਸਿੰਘ ਸੈਣੀ ਨਾਲ। ਲੇਕਿਨ ਅਗਰ ਚੀਫ ਮਿਨਿਸਟਰ ਚਾਹੇ ਤਾਂ ਸਟੇਟ ਦੇ ਵਿੱਚ ਇੱਕ ਐਕਸ ਡੀਜੀਪੀ ਨੂੰ ਪ੍ਰੋਸੀਕਿਊਟ ਕਰਨਾ ਕੋਈ ਮੁਸ਼ਕਿਲ ਕੰਮ ਨਹੀਂ ਹੈਗਾ। ਜੇ ਡੀਜੀਪੀ ਜੇ ਚੀਫ ਮਿਨਿਸਟਰ ਹੀ ਨਹੀਂ ਚਾਹੇਗਾ ਡੀਜੀਪੀ ਨੂੰ ਅਰੈਸਟ ਕਰਨਾ, ਐਕਸ ਡੀਜੀਪੀ ਨੂੰ, ਤੇ ਕਿਵੇਂ ਕੰਮ ਹੋ ਸਕਦਾ? ਵਿਰਕ ਸਾਹਿਬ, ਹੁਣ ਇਸ ਕੇਸ ਦੇ ਵਿੱਚ ਤੁਹਾਨੂੰ ਕੀ ਲੱਗਦਾ ਅੱਗੇ ਕੀ ਹੋਏਗਾ? ਕਿਉਂਕਿ ਇਹ ਦੁਬਾਰਾ ਹਾਈ ਕੋਰਟ ਨੂੰ ਬੈਂਚ ਨੇ ਮਾਰਕ ਕਰਤਾ ਹੈ ਤੇ ਦੁਬਾਰਾ ਹੁਣ ਹੀਅਰਿੰਗਸ ਇਹਦੀਆਂ ਸ਼ੁਰੂ ਹੋ ਜਾਣਗੀਆਂ ਸਾਰੀਆਂ। ਇਹਦੇ ਵਿੱਚ ਜਿਸ ਤਰ੍ਹਾਂ ਆਨਰੇਬਲ ਸੁਪਰੀਮ ਕੋਰਟ ਦਾ ਆਰਡਰ ਹੈ ਜੋ ਮੈਂਸ਼ਨ ਹੋ ਰਿਹਾ ਹੈ ਉਹਦੇ ਹਿਸਾਬ ਨਾਲ, ਕਿਉਂਕਿ ਆਰਡਰ ਅਪਲੋਡ ਤਾਂ ਅਜੇ ਨਹੀਂ ਹੋਇਆ, ਪਰ ਜੋ ਆਬਜ਼ਰਵੇਸ਼ਨਸ ਆਈਆਂ, ਸੋ ਜੇ 2 ਹਫ਼ਤਿਆਂ ਦੀ ਡਾਇਰੈਕਸ਼ਨ ਹੋਗੀ ਸੋ ਵਿਦਿਨ 2 ਵੀਕਸ ਉਹ ਡਿਸਾਈਡ ਹੋਣਾ ਹੈ ਕੇਸ। ਹੁਣ ਕਿਹੜੇ ਬੈਂਚ ਕੋਲ ਜਾਂਦਾ ਹੈ ਔਰ ਕੀ ਆਊਟਕਮ ਹੁੰਦੀ ਹੈ ਉਹ ਤਾਂ ਨਹੀਂ ਪ੍ਰੈਡਿਕਟ ਕੀਤਾ ਜਾ ਸਕਦਾ, ਬਟ ਅਲਟੀਮੇਟਲੀ ਐਜ਼ ਪਰ ਦਿਸ ਨਿਊਜ਼ ਇਹਦੇ 2 ਹਫ਼ਤਿਆਂ ਦੇ ਵਿੱਚ ਡਿਸਾਈਡ ਹੋਊਗਾ। ਇੱਕ ਇੱਥੇ ਮੈਂ ਤੁਹਾਨੂੰ ਹੋਰ ਸਵਾਲ ਪੁੱਛਾਂਗਾ, ਕਿਉਂਕਿ 10 ਤਰੀਕ ਨੂੰ ਇਲੈਕਸ਼ਨ ਦੇ ਰਿਜ਼ਲਟ ਆ ਜਾਣੇ ਜੀ, ਔਰ ਫਰਜ਼ ਕਰੋ ਨਵੀਂ ਸਰਕਾਰ ਬਣ ਜਾਂਦੀ ਹੈ, ਉਹ ਆ ਕੇ ਇਮੀਡੀਏਟਲੀ ਨਵਾਂ ਐਡਵੋਕੇਟ ਜਨਰਲ ਅਪਾਇੰਟ ਕਰ ਸਕਦੇ ਨੇ ਜੀ। ਉਸ ਦਾ ਇਸ ਦੇ ਉੱਪਰ ਕੀ ਅਸਰ ਪਏਗਾ? ਸਰ ਵੇਖੋ, ਮੈਂ ਇੱਕ ਹਮੇਸ਼ਾ ਗੱਲ ਕਹਿਣਾ ਕਿ ਮੈਂ ਰੱਬ ਤੇ ਵਿਸ਼ਵਾਸ ਰੱਖ ਕੇ ਚੱਲਦਾ। ਐਜ਼ ਅ ਪ੍ਰਾਈਵੇਟ ਲਾਇਰ ਮੈਨੂੰ ਸਰਕਾਰ ਨੂੰ ਵੇਖ ਕੇ ਨਹੀਂ ਚੱਲਣਾ। ਜੇ ਤੁਸੀਂ ਸਰਕਾਰਾਂ ਨੂੰ ਵੇਖ ਕੇ ਚੱਲਦੇ ਹੋ ਤੇ ਡੀਮੋਰਲਾਈਜ਼ ਹੋਣ ਦੇ ਲਈ 100 ਕਾਰਨ ਮਿਲ ਜਾਂਦੇ ਆ। ਇੱਥੇ ਮੈਂ ਇਹ ਨਹੀਂ ਕਹਿ ਰਿਹਾ ਕੋਈ ਪਰਟੀਕੂਲਰ ਸੀਐਮ, ਐਨੀ ਸੀਐਮ, ਤੁਹਾਡੇ ਕੋਲ 100 ਚੀਜ਼ਾਂ ਹੁੰਦੀਆਂ ਜਿਹਦੇ ਤੇ ਤੁਹਾਨੂੰ ਨਜ਼ਰ ਆ ਰਿਹਾ ਹੁੰਦਾ ਹੈ ਕਿ ਦੇਖੋ ਆਹ ਐਕਿਊਜ਼ਡ ਬਚ ਰਿਹਾ, ਕਰ ਰਿਹਾ। ਮੇਰੀ ਕੋਸ਼ਿਸ਼ ਆ ਹੁੰਦੀ ਹੈ ਕਿ ਮੇਰੀ ਐਫਰਟ ਜੋ ਰਵੇ ਉਹ ਸਿਰਫ ਰੱਬ ਦੇ ਉੱਤੇ ਵਿਸ਼ਵਾਸ, ਇੱਕ ਬਲਾਈਂਡ ਫੇਥ ਰੱਖ ਕੇ ਮੈਂ ਪ੍ਰੋਸੀਡ ਕਰਾਂ, ਨਿਸ਼ਚੈ ਕਰ ਆਪਣੀ ਜੀਤ ਕਰੂੰ ਵਾਲਾ ਗੁਰੂ ਗੋਬਿੰਦ ਸਿੰਘ ਜੀ ਦਾ ਦਿੱਤਾ ਹੋਇਆ ਰਾਹ ਫੜ ਕੇ। ਉਸ ਕਰਕੇ ਜੇ ਮੈਂ ਚੱਲਾਂ, ਸੋ ਜਿਹੜਾ ਮਰਜ਼ੀ ਐਡਵੋਕੇਟ ਜਨਰਲ ਹੋਵੇ, ਜਿਹੜਾ ਮਰਜ਼ੀ ਸੀਐਮ ਹੋਵੇ, ਮੈਨੂੰ ਫਰਕ ਨਹੀਂ ਪੈਂਦਾ। ਮੈਨੂੰ ਮੇਰਾ ਰਾਹ ਪਤਾ ਹੈ, ਮੈਨੂੰ ਮੇਰੀ ਮੰਜ਼ਿਲ ਪਤਾ ਹੈ। ਉਸ ਤੋਂ ਡਿਵੀਏਟ ਨਾ ਹੁੰਦੇ ਹੋਏ, ਰੱਬ ਦੇ ਰਾਹ ਤੇ ਚੱਲਦੇ ਹੋਏ ਇਨਸਾਫ ਲਈ ਲੜਨਾ ਮੇਰਾ ਫਰਜ਼ ਹੈ, ਮੈਂ ਉਹ ਨਿਭਾ ਰਿਹਾ। ਉਹਦੇ ਵਿੱਚ ਜਿਹੜਾ ਮਰਜ਼ੀ ਐਡਵੋਕੇਟ ਜਨਰਲ ਆ ਜਾਏ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਵਿਰਕ ਸਾਹਿਬ, ਇਸ ਵਿੱਚ ਜਿਹੜਾ ਇਹ 10/9/2021 ਵਾਲਾ ਆਰਡਰ ਹੈ, ਇਸ ਵਿੱਚ ਕੀ ਕੀ ਫੈਕਟਸ ਸਰਕਾਰ ਨੇ ਦਿੱਤੇ ਸੀ? ਇਹਦੇ ਵਿੱਚ ਜੀ ਜੋ ਸਰਕਾਰ ਵੱਲੋਂ ਨਹੀਂ ਪਰ ਸੁਮੇਧ ਸੈਣੀ ਵੱਲੋਂ ਉਹ ਸਾਰੇ ਕੇਸਿਸ ਦੀ ਡਿਟੇਲਸ ਦਿੱਤੀਆਂ ਗਈਆਂ, ਜਿਹੜੇ ਕੇਸਿਸ ਰਜਿਸਟਰ ਹੋਏ ਹੈ ਕੈਪਟਨ ਅਮਰਿੰਦਰ ਸਿੰਘ ਗਵਰਨਮੈਂਟ ਵੇਲੇ। ਕਿਉਂਕਿ ਉਹਦੀ ਪਲੀ ਇਹ ਹੈ ਕਿ ਉਹਦੇ ਖਿਲਾਫ ਇੱਕ ਵੈਂਡੇਟਾ ਸ਼ੁਰੂ ਕੀਤਾ ਗਿਆ ਸੀ ਕੈਪਟਨ ਅਮਰਿੰਦਰ ਸਿੰਘ ਵੱਲੋਂ, ਜੋ ਕਿ ਬਿਲਕੁਲ ਝੂਠ ਹੈ। ਸੋ ਉਹਦੇ ਵਿੱਚ ਉਹਨੇ ਆਪਣਾ ਡਿਫੈਂਸ ਬਣਾਉਣ ਦੇ ਲਈ ਇਹ ਸ਼ੋਅ ਕੀਤਾ ਹੈ ਕਿ ਕਿਸ ਤਰ੍ਹਾਂ ਮੁਲਤਾਨੀ ਕੇਸ ਦੇ ਵਿੱਚ ਉਹਦਾ ਨਾਂ ਆ ਰਿਹਾ ਹੈ, ਕਿਸ ਤਰ੍ਹਾਂ ਉਹਦਾ ਦੂਜੇ ਕੇਸਿਸ ਦੇ ਵਿੱਚ ਨਾਂ ਆ ਰਿਹਾ ਹੈ, ਵਿਜੀਲੈਂਸ ਬਿਊਰੋ ਦੀ FIRs, ਉਹਨਾਂ ਦਾ ਉਹਨੇ ਜ਼ਿਕਰ ਕੀਤਾ ਹੈ। ਔਰ ਉਹਨਾਂ ਚੀਜ਼ਾਂ ਨੂੰ ਪੰਜਾਬ ਸਰਕਾਰ ਜੇ ਮੇਰੇ ਖਿਆਲ ਨਾਲ ਐਂਟੀਸੀਡੈਂਟਸ ਇਹਦੇ ਦੱਸੇ ਹੁੰਦੇ ਤੇ ਉਹ ਚੀਜ਼ ਬੜੇ ਆਰਾਮ ਨਾਲ ਨਿਊਟਰਲਾਈਜ਼ ਹੋ ਜਾਂਦੀ ਕਿ ਜਦੋਂ CBI ਕੋਲ ਆਲਰੇਡੀ ਕੇਸ ਚੱਲ ਰਿਹਾ ਤੇ ਉਸ ਕੇਸ ਦਾ ਕੈਪਟਨ ਅਮਰਿੰਦਰ ਸਿੰਘ ਨਾਲ ਥੋੜੀ ਕੋਈ ਲੈਣ ਦੇਣ ਸੀ। ਸੋ ਇਸ ਕਰਕੇ ਵੈਂਡੇਟਾ ਤਾਂ ਸਟੈਂਡ ਹੀ ਨਹੀਂ ਕਰਦਾ। ਸੁਮੇਧ ਸੈਣੀ ਦਾ ਕਹਿਣਾ ਸੀ ਕਿਉਂਕਿ ਉਹਨੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਕੇਸਿਸ ਦਰਜ ਕੀਤੇ ਸੀ, ਹੈਂਸ ਇਹ ਵੈਂਡੇਟਾ ਸੀ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜੇ ਦੂਜੇ ਕੇਸਿਸ ਦੱਸ ਦਿੰਦੇ, ਵੈਂਡੇਟਾ ਪਲੀ ਖਤਮ ਸੀ। ਸੋ ਜਿਹੜੇ ਜਸਟਿਸ ਚਾਂਜੀ ਦੀ ਆਬਜ਼ਰਵੇਸ਼ਨਸ ਜਾਂ ਜਸਟਿਸ ਤੀਰਥ ਸਿੰਘ ਠਾਕੁਰ ਦਾ ਇਹਨੂੰ ਇੰਡਾਈਟ ਕਰਨਾ, ਅਬਵ ਆਲ ਮੈਂ ਕਹਾਂਗਾ ਜਿਹੜਾ CBI ਦਾ ਪੈਂਡਿੰਗ ਕੇਸ ਹੈ ਜਿਹੜਾ ਦਿੱਲੀ ਦੇ ਵਿੱਚ, ਕਿਉਂਕਿ ਉਹਦੀ ਰੈਲੇਵੈਂਸ ਇਹ ਆਉਂਦੀ ਹੈ ਕਿ ਜਦੋਂ ਇੱਕ ਬੰਦਾ SSP ਸੀ, ਉਦੋਂ ਆਨਰੇਬਲ ਹਾਈ ਕੋਰਟ ਨੇ ਕਿਹਾ ਕਿ ਕੇਸ ਅੰਬਾਲਾ ਚਲਾਇਆ ਜਾਵੇ ਨਾ ਕਿ ਪੰਜਾਬ 'ਚ। ਆਨਰੇਬਲ ਸੁਪਰੀਮ ਕੋਰਟ ਨੇ ਇਸ ਕੇਸ ਨੂੰ ਨਿਊ ਦਿੱਲੀ 'ਚ ਟ੍ਰਾਂਸਫਰ ਕੀਤਾ, ਦਿੱਲੀ 'ਚ ਟ੍ਰਾਂਸਫਰ ਕਰਤਾ। ਹੁਣ ਉੱਥੇ ਜੇ ਅਸੀਂ ਦੇਖੀਏ, ਇੱਕ ਬੰਦਾ DIG ਸੀ ਉਸ ਵੇਲੇ, ਫਿਰ ਉਹ DGP ਰੈਂਕ ਤੱਕ ਗਿਆ। ਸੋ ਇਨਫਲੂਐਂਸ ਤਾਂ ਉਹਦਾ ਐਵੀਡੈਂਟ ਹੈ। ਜੱਜਿਸ ਨੂੰ ਹਾਈ ਕੋਰਟ ਦੇ ਉਹ ਧਮਕਾ ਰਿਹਾ ਹੈ। ਇਸ ਤੋਂ ਬਾਅਦ ਸਾਨੂੰ ਹੋਰ ਕੀ ਚੀਜ਼ ਚਾਹੀਦੀ ਹੈ ਸ਼ੋਅ ਕਰਨ ਲਈ ਕਿ ਉਹ ਕਿਸ ਹੱਦ ਤੱਕ ਜਾ ਸਕਦਾ ਹੈ? ਉਹ ਚੀਜ਼ਾਂ ਪੁਆਇੰਟ ਆਊਟ ਨਾ ਕਰਨ ਕਰਕੇ ਜੋ ਸੈਣੀ ਦੀ ਪਲੀ ਸੀ
ਵੈਂਡੇਟਾ ਵਾਲੀ, ਉਹ ਕੋਰਟ ਨੇ ਐਕਸੈਪਟ ਕਰ ਲਈ। ਸੋ ਇਸ ਕਰਕੇ ਇਸ ਕੇਸ ਦੇ ਵਿੱਚ ਬੜਾ ਵਨ ਸਾਈਡਡ ਚੀਜ਼ਾਂ ਕੋਰਟ ਦੇ ਸਾਹਮਣੇ ਰੱਖੀਆਂ ਗਈਆਂ ਔਰ ਕਿਤੇ ਵੀ ਸਰਕਾਰ ਵੱਲੋਂ ਉਹ ਦੂਜੇ ਐਂਟੀਸੀਡੈਂਟਸ ਇਹਦੇ ਸ਼ੋ ਨਹੀਂ ਹੋਏ। ਜਿਸ ਤਰ੍ਹਾਂ ਹੁਣ ਸੁਪਰੀਮ ਕੋਰਟ ਦਾ ਆਰਡਰ ਆਇਆ ਹੈ ਔਰ ਉਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਇੱਕ ਆਰਡਰ ਦਿੱਤਾ ਹੈ ਕਿ 2 ਹਫ਼ਤਿਆਂ ਦੇ ਵਿੱਚ ਜਾਂ ਤਾਂ ਉਹ ਖੁਦ ਸੁਣਨ ਜਾਂ ਉਹ ਕਿਸੇ ਹੋਰ ਜੱਜ ਨੂੰ ਮਾਰਕ ਕਰਨ ਜਿਹੜਾ ਕਿ 2 ਹਫ਼ਤਿਆਂ ਦੇ ਵਿੱਚ ਇਸ ਕੇਸ ਨੂੰ ਖਤਮ ਕਰੇ। ਸਭ ਤੋਂ ਵੱਡੀ ਜਿਹੜੀ ਗੱਲ ਚੀਜ਼ ਬਾਹਰ ਨਿਕਲ ਕੇ ਆਈ ਹੈ ਕਿ ਸੁਮੇਧ ਸਿੰਘ ਸੈਣੀ ਲਗਾਤਾਰ ਐਲੀਗੇਸ਼ਨ ਲਾਉਂਦਾ ਰਿਹਾ ਕੈਪਟਨ ਸਰਕਾਰ ਦੇ ਉੱਪਰ ਕਿ ਵੈਂਡੇਟਾ ਹੈ, ਲੇਕਿਨ ਕੈਪਟਨ ਸਰਕਾਰ ਨੇ ਕਦੀ ਉਹਨੂੰ ਜਵਾਬ ਨਹੀਂ ਦਿੱਤਾ ਕਿ ਇਹ ਵੈਂਡੇਟਾ ਨਹੀਂ ਹੈ। ਕਿਉਂਕਿ ਜੇ ਕੈਪਟਨ ਸਰਕਾਰ ਇਹਦੇ ਸਾਰੇ ਫੈਕਟਸ ਸਾਹਮਣੇ ਰੱਖ ਦਿੰਦੀ ਕਿ ਜੇ ਕਿਸ ਤਰੀਕੇ ਇਸਨੇ ਹਿੰਦੂ ਪਰਿਵਾਰ ਸਭ ਤੋਂ ਪਹਿਲਾਂ ਮਾਰਿਆ ਲੁਧਿਆਣੇ ਦੇ ਵਿੱਚ, 3 ਬੰਦੇ ਭੱਠੀ ਸਿੱਟ ਤੇ ਉਹ ਡਿਸਅਪੀਅਰ ਹੋ ਗਏ, ਭੱਠੀ 'ਚ ਗਏ, ਕਿੱਥੇ ਗਏ ਅੱਜ ਤੱਕ ਕਿਸੇ ਨੂੰ ਨਹੀਂ ਪਤਾ CBI ਕੋਰਟ 'ਚ, ਔਰ CBI ਨੇ ਚਾਰਜਸ਼ੀਟ ਉਹਦੇ ਖਿਲਾਫ ਫਾਈਲ ਕੀਤੀ ਹੋਈ ਹੈ। ਹੋਰ ਵੀ ਜਿਹੜੇ ਕੇਸਿਸ ਇਹਦੇ ਖਿਲਾਫ ਨੇ ਉਹਨਾਂ ਵਿੱਚ ਇਹਦੇ ਖਿਲਾਫ ਬਹੁਤ ਸਾਰੇ ਐਵੀਡੈਂਸਿਸ ਨੇ, ਲੇਕਿਨ ਕਿਉਂਕਿ ਇਹ DGP ਰਿਹਾ, ਇਹਦਾ ਪੂਰਾ ਨੈਟਵਰਕ ਹੈ ਪੰਜਾਬ ਪੁਲਿਸ 'ਚ ਤੇ ਇਹ ਬਚਦਾ ਚਲਾ ਆ ਰਿਹਾ। ਲੇਕਿਨ ਹੁਣ ਇਹ ਸੁਪਰੀਮ ਕੋਰਟ ਆਫ ਇੰਡੀਆ ਦੇ ਨਜ਼ਰ 'ਚ ਹੈ ਮਾਮਲਾ ਔਰ ਖਾਸ ਤੌਰ ਤੇ ਚੀਫ ਜਸਟਿਸ ਆਫ ਇੰਡੀਆ ਉਹਨਾਂ ਨੇ ਬੜੇ ਸਟ੍ਰਿਕਟ ਆਬਜ਼ਰਵੇਸ਼ਨਸ ਦਿੱਤੀਆਂ ਨੇ ਤੇ ਉਮੀਦ ਕਰਦੇ ਆ ਵੀ ਇਸ ਵਿੱਚ ਹੁਣ ਸਾਰੇ ਜਿਹੜੇ ਸੁਮੇਧ ਸੈਣੀ ਦੇ ਸਤਾਏ ਹੋਏ ਜਾਂ ਜਿਨ੍ਹਾਂ ਤੇ ਇਹਨੇ ਦਹਿਸ਼ਤ ਤਸ਼ੱਦਦ ਇਹਨੇ ਧੱਕਾ ਕੀਤਾ ਹੈ ਉਹ ਸਾਰੇ ਪਰਿਵਾਰਾਂ ਨੂੰ ਜਸਟਿਸ ਮਿਲੇਗਾ। ਉਮੀਦ ਇਹੀ ਕਰਦੇ ਆ। ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦਾ।